ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਬਾਣੀ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਮਨ ਉਜਲ ਸਦਾ ਮੁਖ ਸੋਹੇ, ਅਤਿ ਉਜਲ ਨਾਮ ਧਿਆਵਣਿਆ। ਹਉ ਵਾਰੀ ਜੀਉ ਵਾਰੀ, ਗੋਬਿੰਦ ਗੁਣ ਗਾਵਣਿਆ। ਗੋਬਿੰਦ ਗੋਬਿੰਦ ਕਹੈ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਨਾਵਣਿਆ। ਰਹਾਉ ਗੋਬਿੰਦ ਗੋਬਿੰਦ ਕਹੈ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਨਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 121 ਉੱਪਰ ਸੁਭਾਏ ਮਾਣ ਜੋ ਆਪ ਜੀ ਨੇ ਸਰਵਣ ਕੀਤੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਪਵਿੱਤਰ ਬਚਨਾਂ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਗੋਬਿੰਦ ਉਜਲ ਉਜਲ ਹੰਸਾ। ਪਿਛਲੇ ਸ਼ਬਦ ਵਿੱਚ ਨਿਰਮਲਤਾ ਦੀ, ਪਵਿੱਤਰਤਾ ਦੀ ਗੱਲ ਚੱਲ ਰਹੀ ਸੀ। ਉਸੇ ਵਿਸ਼ੇ ਤੇ ਅਗਲੇ ਸ਼ਬਦ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਉਹ ਪਰਮੇਸ਼ਰ ਨਿਰਮਲ ਹੈ, ਉਜਲ ਹੈ ਅਤੇ ਉਸ ਦੇ ਨਾਲ ਜੁੜੇ ਹੋਏ ਤਤ ਬੇਤੇ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਹੰਸ ਪਰਮਹੰਸ ਕਿਹਾ ਜਾਂਦਾ ਹੈ। ਹੰਸ ਦਾ ਰੰਗ ਵੀ ਚਿੱਟਾ ਹੁੰਦਾ ਤੇ ਉਹ ਜਿਹੜਾ ਛਕਦਾ ਹੈ ਉਹ ਵੀ ਮੋਤੀ ਛਕਦਾ, ਉਹਦੀ ਖੁਰਾਕ ਮੋਤੀ ਹੈ। ਇਸੇ ਤਰ੍ਹਾਂ ਜਿਸ ਸਿੱਖ ਨੂੰ ਬ੍ਰਹਮ ਗਿਆਨੀ ਕਿਹਾ ਗਿਆ ਉਸ ਨੂੰ ਸਤਿਗੁਰਾਂ ਨੇ ਪਰਮਹੰਸ ਵੀ ਕਿਹਾ, ਹੰਸ ਤੋਂ ਵੀ ਵੱਡਾ। ਭਾਵ ਜਿਹੜੇ ਅੰਦਰੋਂ ਬਾਹਰੋਂ ਹੰਸਾਂ ਦੀ ਨਿਆਈ ਇੱਕੋ ਜਿਹੇ ਹੁੰਦੇ ਆ। ਅਗਲੀ ਪੰਕਤੀ ਹੈ ਮਨ ਬਾਣੀ ਨਿਰਮਲ ਮੇਰੀ ਮਨਸਾ। ਮਨ ਵੀ ਸਾਫ਼, ਜ਼ਬਾਨ ਵੀ ਸਾਫ਼ ਤੇ ਮਨਸਾ ਕਹਿੰਦੇ ਆ ਸੋਚ ਨੂੰ, ਸੋਚ ਵੀ ਸਾਫ਼। ਤਾਂ ਐਸਾ ਇੱਕ ਸਿੱਖ ਜਿਸ ਨੂੰ ਸਤਿਗੁਰਾਂ ਨੇ ਪਰਮਹੰਸ ਦਾ ਗੁਰੂ ਪਿਆਰਿਓ ਬਖਸ਼ਿਸ਼ ਕੀਤੀ, ਪਰਮਹੰਸ ਕਿਹਾ, ਉਹ ਸੀ ਭਾਈ ਪਾਰੋ। ਤੋ ਹੰਸ ਦੇ ਬਰਾਬਰ ਪਰਮਹੰਸ ਕਹਿਣ ਦਾ ਮਤਲਬ ਹੈ ਜਿਹੜੇ ਹੰਸਾਂ ਦੀ ਨਿਆਈ ਅੰਦਰੋਂ ਬਾਹਰੋਂ ਇੱਕੋ ਜਿਹੇ ਹੁੰਦੇ ਆ, ਜਿਨ੍ਹਾਂ ਦਾ ਭੋਜਨ ਵੀ ਕੇਵਲ ਤੇ ਕੇਵਲ ਸ਼ਬਦ ਹੁੰਦਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਉਹਨਾਂ ਨੂੰ ਪਰਮਹੰਸ ਕਿਹਾ ਜਾਂਦਾ। ਇੱਥੇ ਵੀ ਪਾਤਸ਼ਾਹ ਨੇ ਇਹੀ ਬਖਸ਼ਿਸ਼ ਕੀਤੀ ਹੈ ਕਿ ਪਰਮੇਸ਼ਰ ਨਿਰਮਲ ਹੈ, ਉਜਲ ਹੈ, ਪਵਿੱਤਰ ਹੈ। ਉਸੇ ਤਰ੍ਹਾਂ ਹੀ ਉਹਦੇ ਨਾਲ ਜੁੜੇ ਹੋਏ ਬ੍ਰਹਮ ਗਿਆਨੀ ਵੀ ਉਜਲ ਹਨ। ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਮਨ ਉਜਲ ਸਦਾ ਮੁਖ ਸੋਹੇ।
ਜਿਨ੍ਹਾਂ ਦਾ ਮਨ ਸਾਫ਼ ਹੈ ਉਹਨਾਂ ਦੇ ਮੁਖ ਵੀ ਸੋਹਣੇ ਲੱਗਦੇ ਆ, ਭਾਵ ਉਹ ਸਭ ਨੂੰ ਚੰਗੇ ਲੱਗਦੇ ਆ। ਜਿਨ੍ਹਾਂ ਦੇ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਉਹਨਾਂ ਨੂੰ ਕੀ ਕਿਹਾ ਪਾਤਸ਼ਾਹ? ਕਹਿੰਦੇ ਉਹ ਕੱਚੇ ਹਨ, ਉਹ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦੇ। ਜਿਨ੍ਹਾਂ ਦੇ ਮਨ 'ਚ ਹੋਰ ਹੋਵੇ, ਮੂੰਹ 'ਚ ਹੋਰ ਕਹਿਣ, ਅੰਦਰ ਕੁਝ ਹੋਰ ਹੋਵੇ, ਐਸੇ ਲੋਕਾਂ ਨੂੰ ਕੀ ਕਹੇ ਆ ਪਾਤਸ਼ਾਹ ਨੇ ਇੱਕ ਹੋਰ ਥਾਂ 'ਤੇ ਬਾਣੀ ਵਿੱਚ? ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨ ਆਖੀਐ ਬਨਾਰਸ ਕੇ ਠੱਗ। ਇਹੋ ਜਿਹੇ ਲੋਕ ਵੀ ਹੈ। ਵੱਡੇ ਵੱਡੀਆਂ ਮਾਲਾਂ ਵੀ ਗਲ ਵਿੱਚ ਪਾਈਆਂ ਹੋਣ, ਚਿੱਟੇ ਕੱਪੜੇ ਦੀ ਬਗਲੇ ਦੀ ਨਿਆਈ ਚਿੱਟੇ ਹੋਣ, ਪਰ ਅੰਦਰੋਂ ਸਾਫ਼ ਨਾ ਹੋਣ, ਉਹਨਾਂ ਨੂੰ ਕਬੀਰ ਸਾਹਿਬ ਨੇ ਠੱਗ ਕਿਹਾ। ਆਮ ਕਹਾਵਤ ਹੈ, ਮੁੱਖ ਮੇ ਰਾਮ ਰਾਮ ਬਗਲ ਮੇ ਛੁਰੀਆਂ, ਭਾਵ ਕਿਸੇ ਨੂੰ ਲੁੱਟਣ ਦੀ ਵਿਉਂਤ ਬਣਾਈ ਜਾਂਦਾ ਹੋਵੇ ਤੇ ਮੂੰਹ ਵਿੱਚੋਂ ਰਾਮ ਰਾਮ ਕਹਿੰਦਾ ਹੋਵੇ, ਉਸ ਨੂੰ ਸਤਿਗੁਰ ਨੇ ਪ੍ਰਵਾਨ ਨਹੀਂ ਕੀਤਾ। ਜਿਹੜੇ ਅੰਦਰੋਂ ਬਾਹਰੋਂ ਇੱਕੋ ਜਿਹੇ ਹੋ ਜਾਂਦੇ ਆ, ਪਰਮੇਸ਼ਰ ਨਾਲ ਜੁੜ ਕਰਕੇ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੇ ਨੇ। ਇਸ ਕਰਕੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਗੋਬਿੰਦ ਊਜਲ ਊਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਪਰਮੇਸ਼ਰ ਪਵਿੱਤਰ ਹੈ, ਸ੍ਰਿਸ਼ਟੀ ਨੂੰ ਸਾਜਣ ਵਾਲਾ। ਗੋਬਿੰਦ, ਗੋ ਕਹਿੰਦੇ ਆ ਸ੍ਰਿਸ਼ਟੀ ਨੂੰ, ਧਰਤੀ ਨੂੰ, ਅਤੇ ਬਿੰਦ ਕਹਿੰਦੀ ਹੈ ਬਣਾਉਣ ਵਾਲਾ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਉਹ ਊਜਲ ਹੈ। ਤੇ ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦੇ ਮੁਖ ਵੀ ਉਜਲੇ ਹੋਏ, ਉਹਨਾਂ ਦੇ ਮੁਖ ਵੀ ਸੁੰਦਰ ਹੋਏ, ਉਜਲੇ ਭਾਵ ਪ੍ਰਵਾਨ ਹੋਏ। ਵਾਹੇ ਲੁਨੰਦੜੀਆ, ਵਾਹਾਂ ਮਾਰਦੇ ਹੋਏ, ਭਾਵ ਚਿੰਤਾ ਰਹਿਤ ਚੜ੍ਹਦੀ ਕਲਾ ਦੇ ਨਾਲ ਪਰਮੇਸ਼ਰ ਦੇ ਦਰ 'ਤੇ ਜਾਂਦੇ ਹਨ, ਪ੍ਰਵਾਨ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਪਰਮੇਸ਼ਰ ਨਾਲ ਜੁੜੇ ਹੋਏ ਹੰਸ ਭਾਵ ਜੀਵ ਆਤਮਾਵਾਂ, ਬ੍ਰਹਮ ਗਿਆਨੀ ਜਿਹੜੇ ਉਜਲ ਹੋ ਗਏ, ਜਿਨ੍ਹਾਂ ਦਾ ਮਨ ਬਾਣੀ ਨਿਰਮਲ ਮੇਰੀ ਮਨਸਾ, ਜਿਨ੍ਹਾਂ ਦਾ ਮਨ, ਜਿਨ੍ਹਾਂ ਦੀ ਬਾਣੀ ਭਾਵ ਰਸਨਾ ਬੋਲਣਾ ਨਿਰਮਲ ਹੋ ਜਾਂਦਾ, ਮੇਰੀ ਮਨਸਾ, ਜਿਨ੍ਹਾਂ ਦੀ ਸੋਚ ਵੀ ਨਿਰਮਲ ਹੋ ਗਈ। ਮਨ ਉਜਲ ਸਦਾ ਮੁਖ ਸੋਹੇ, ਉਹ ਇੱਥੇ ਤੇ ਉੱਥੇ ਦਰਗਾਹ ਵਿੱਚ ਸੋਹਣੇ ਲੱਗਦੇ ਹਨ। ਸਹੀ ਸੱਜਣ ਸੋਹਣੇ, ਸਾਧ ਸੰਗ ਜਿਨ ਬਹਿਣੇ। ਜਿਹੜੇ ਸਤਸੰਗ ਕਰਦੇ ਆ, ਸੱਚ ਨਾਲ ਜੁੜਦੇ ਆ, ਉਹ ਹੀ ਸੋਹਣੇ ਲੱਗਦੇ ਹਨ ਗੁਰੂ ਦੇ ਚਰਨਾਂ ਵਿੱਚ ਬੈਠੇ ਹੋਏ। ਜਿਹੜੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ, ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾਂ ਦਾ ਵੇ ਸਾਹੋ। ਉਹ ਪਰਮੇਸ਼ਰ ਜਿਹੜਾ ਹੈ, ਜਿਹੜੇ ਉਹਦੇ ਚਰਨਾਂ ਵਿੱਚ ਬੈਠ ਕੇ ਸ਼ੋਭਦੇ ਹਨ, ਉਹਨਾਂ ਦੀ ਗੱਲ ਹੈ। ਮਨ ਉਜਲ ਸਦਾ ਮੁਖ ਸੋਹੇ, ਅਤ ਉਜਲ ਨਾਮ ਧਿਆਵਣਿਆ। ਉਹ ਉਜਲੇ ਹੋ ਜਾਂਦੇ ਹਨ ਨਾਮ ਜਪਣ ਵਾਲੇ। ਹਉ ਵਾਰੀ ਜੀਓ ਵਾਰੀ, ਗੋਬਿੰਦ ਗੁਣ ਗਾਵਨਿਆ। ਮੈਂ ਬਲਿਹਾਰੇ ਜਾਵਾਂ, ਉਹਨਾਂ ਤੋਂ ਬਾਰ ਬਾਰ ਬਲਿਹਾਰੇ ਜਾਵਾਂ, ਜਿਹੜੇ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹਾਂ ਨੇ ਮਾਤਲੋਕ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਣਾ ਕੀਤਾ, ਉਹ ਸਦਾ ਰਹਿੰਦੇ ਹਨ। ਔਰ ਪਰਮੇਸ਼ਰ ਸਦਾ ਰਹਿਣ ਵਾਲਾ ਹੈ, ਪਰਮੇਸ਼ਰ ਦਾ ਨਾਮ ਸਦਾ ਰਹਿਣ ਵਾਲਾ ਹੈ। ਨਾਮ ਜਪਣ ਵਾਲੇ ਵੀ ਸਦਾ ਰਹਿੰਦੇ ਹਨ। ਜਿਸ ਤਰ੍ਹਾਂ ਅਸੀਂ ਅੱਜ ਭਗਤਾਂ ਨੂੰ ਜਾਣਦੇ ਹਾਂ, ਕੋਈ 700 ਸਾਲ, ਕੋਈ 900 ਸਾਲ, ਕੋਈ 1200 ਸਾਲ ਪਹਿਲਾਂ ਦੁਨੀਆ ਵਿੱਚ ਆਏ ਤੇ ਸਰੀਰ ਤਿਆਗ ਗਏ, ਪਰ ਅਮਰ ਹੋ ਗਏ ਦੁਨੀਆ ਦੇ ਵਿੱਚ। ਦੁਨੀਆ ਉਹਨਾਂ ਨੂੰ ਅੱਜ ਜਾਣਦੀ ਆ।
ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਹਉ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ, ਮੈਂ ਉਹਨਾਂ ਤੋਂ ਬਲਿਹਾਰੇ ਜਾਣਾ, ਵਾਰ ਬਾਰ ਬਲਿਹਾਰੇ ਜਾਵਾਂ। ਜਿਹੜੇ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਹਨ, ਗੋਬਿੰਦ ਗੋਬਿੰਦ ਕਹੈ ਦਿਨ ਰਾਤੀ, ਜਿਹੜੇ ਦਿਨ ਰਾਤ ਉਸ ਪਰਮੇਸ਼ਰ ਨੂੰ ਜਪਦੇ ਹਨ। ਜਿਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਰਾਮ ਰਾਮ ਕਹਿੰਦੇ ਹਨ ਲੋਕ, ਮੁਸਲਮਾਨ ਵੀਰ ਅੱਲਾਹੂ ਅਕਬਰ ਕਹਿੰਦੇ ਹਨ, ਤਾਂ ਮਤਲਬ ਸਾਰੇ ਉਸ ਪਰਮੇਸ਼ਰ ਦਾ ਨਾਮ ਜਪਦੇ ਆ। ਗੋਬਿੰਦ ਵੀ ਉਸ ਦਾ ਇੱਕ ਨਾਮ ਹੈ, ਗੋਪਾਲ ਵੀ ਉਹਦਾ ਇੱਕ ਨਾਮ ਹੈ, ਹਰੇ ਰਾਮਾ ਹਰੇ ਕ੍ਰਿਸ਼ਨਾ ਵੀ ਦੁਨੀਆ ਜਪਦੀ ਆ। ਖੈਰ, ਜਿਹੜੇ ਆਪਣੀ ਬਾਣੀ ਦੇ ਨਾਲ, ਰਸਨਾ ਦੇ ਨਾਲ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਜਪਦੇ ਹਨ, ਗੋਬਿੰਦ ਗੋਬਿੰਦ ਕਹੈ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ, ਉਸ ਸ੍ਰਿਸ਼ਟੀ ਨੂੰ ਸਾਜਣ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਜੋ ਲੋਕ ਗਾਉਂਦੇ ਹਨ, ਕਹਿੰਦੇ ਹਨ, ਸੁਣਾਉਣਾ ਕਰਦੇ ਹਨ। ਆਪ ਜਪੈ ਅਵਰੈ ਨਾਮ ਜਪਾਵੈ ਦੇ ਮਹਾਵਾਕ ਅਨੁਸਾਰ, ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਗੋਬਿੰਦ ਗਾਵਹਿ ਸਹਿਜ ਸੁਭਾਏ, ਸਹਿਜ ਸੁਭਾਏ, ਸਹਿਜ ਸੁਭਾਅ ਦਾ ਮਤਲਬ ਹੁੰਦਾ ਬਿਨਾਂ ਜ਼ੋਰ ਲਾਇਆ, ਭਾਵ ਐਸੀ ਅਵਸਥਾ ਬਣ ਜਾਣੀ ਕਿ ਜਿਸ ਤਰ੍ਹਾਂ ਸਾਡੇ ਅੰਦਰ ਸਵਾਸ ਚੱਲ ਰਿਹਾ, ਇਉਂ ਵਾਹਿਗੁਰੂ ਚੱਲ ਪਵੇ। ਵਾਹਿਗੁਰੂ ਨੂੰ ਆਪਾਂ ਸ਼ਬਦ ਨੂੰ, ਸਵਾਸ ਨੂੰ ਆਪਾਂ ਥੋੜ੍ਹੀ ਚਲਾ ਰਹੇ ਹਾਂ, ਸਵਾਸ ਚੱਲ ਰਿਹਾ। ਸੁੱਤੇ ਪਏ ਹੋ ਤਾਂ ਵੀ ਚੱਲ ਰਿਹਾ, ਜਾਗਦੇ ਹੋ ਤਾਂ ਵੀ ਚੱਲ ਰਿਹਾ, ਖੁਸ਼ੀ ਗਮੀ ਕੋਈ ਵੀ ਸਮਾਂ ਹੈ, ਸਵਾਸ ਸਹਿਜ ਸੁਭਾਅ ਚੱਲ ਰਿਹਾ। ਇਸੇ ਤਰ੍ਹਾਂ ਹਰ ਵੇਲੇ ਉਸ ਪਰਮੇਸ਼ਰ ਦਾ ਨਾਮ ਜਪਣਾ, ਇਹਨੂੰ ਕਹਿੰਦੇ ਸਹਿਜ ਸੁਭਾਅ, ਜਿਹੜਾ ਕਿ ਸਾਡੇ ਸਵਾਸਾਂ ਦੇ ਨਾਲ ਜੁੜ ਜਾਵੇ ਤੇ ਫਿਰ ਆਪੇ ਚੱਲਦਾ ਹੈ। ਇਹਨੂੰ ਕਹਿੰਦੇ ਆ ਸਹਿਜ ਸੁਭਾਅ। ਜਿਹੜੇ ਸਹਿਜ ਸੁਭਾਅ ਉਸ ਪਰਮੇਸ਼ਰ ਨਾਲ ਜੁੜੇ ਰਹਿੰਦੇ ਹਨ, ਗੁਰ ਕੈ ਭੈ ਉਜਲ, ਗੁਰੂ ਦੇ ਡਰ ਵਿੱਚ ਰਹਿੰਦੇ ਹਨ, ਉਹ ਨਿਰਮਲ ਹੋ ਜਾਂਦੇ ਹਨ। ਉਜਲ ਪਵਿੱਤਰ ਸਾਫ, ਉਹ ਸਰੂਪ ਉਜਲੇ ਹੋ ਜਾਂਦੇ ਹਨ ਜਿਹੜੇ ਗੁਰੂ ਦੇ ਡਰ ਵਿੱਚ ਰਹਿੰਦੇ ਹਨ। ਹਉ ਮੈਂ ਮਲ ਜਾਏ, ਕਿਉਂਕਿ ਇਸ ਤਰ੍ਹਾਂ ਗੁਰੂ ਦੇ ਡਰ ਵਿੱਚ ਰਹਿ ਕੇ ਤੇ ਗੁਰੂ ਦੇ ਪ੍ਰੇਮ 'ਚ ਰਹਿ ਕਰਕੇ ਸਾਡੇ ਅੰਦਰੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ। ਵਿਸ਼ੇ ਵਿਕਾਰਾਂ ਦੀ, ਹਉਮੈ ਹੰਕਾਰ ਦੀ ਮੈਲ ਦੂਰ ਹੋ ਜਾਂਦੀ ਹੈ ਗੁਰੂ ਦੇ ਡਰ ਵਿੱਚ ਰਹਿ ਕੇ, ਗੁਰੂ ਦੇ ਚਰਨਾਂ ਨਾਲ ਜੁੜ ਕੇ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਗੁਰ ਕਹਿ ਪੈ ਹਉਮੈ ਮਲ ਜਾਏ, ਗੁਰੂ ਦੇ ਡਰ ਵਿੱਚ, ਗੁਰੂ ਦੇ ਪ੍ਰੇਮ ਵਿੱਚ ਰਹਿ ਕੇ ਜਿਹੜਾ ਜੀਵਨ ਬਤੀਤ ਕਰਨਾ, ਗੁਰੂ ਗੁਰੂ ਕਰਦੇ, ਗੁਰੂ ਦਾ ਬਖਸ਼ਿਆ ਮੰਤਰ ਜਪਦੇ ਹੋਏ ਜਿਹੜਾ ਜੀਵਨ ਬਤੀਤ ਕਰਨਾ ਹੈ, ਇਸ ਦੇ ਨਾਲ ਸਾਡਾ ਜੀਵਨ ਸੋਹਣਾ ਬਣਦਾ। ਹਉਮੈ ਮਲ ਜਾਏ, ਜੀਵ ਦੇ ਅੰਦਰੋਂ ਹੰਕਾਰਾਂ ਦੀ ਮੈਲ ਦੂਰ ਹੋ ਜਾਂਦੀ ਆ। ਸਦਾ ਆਨੰਦ ਰਹੇ ਭਗਤ ਕਰਹਿ ਦਿਨ ਰਾਤੀ, ਔਰ ਉਹ ਹਮੇਸ਼ਾ ਆਪਣੇ ਜੀਵਨ ਵਿੱਚ ਆਨੰਦ ਮਾਣਦੇ ਹਨ, ਪਰਮੇਸ਼ਰ ਦੀ ਭਗਤੀ ਕਰਦੇ ਹਨ, ਦਿਨ ਰਾਤ ਉਹਦੇ ਨਾਲ ਜੁੜੇ ਰਹਿੰਦੇ ਹਨ। ਸੁਨ ਗੋਬਿੰਦ ਗੁਣ ਗਾਵਣਿਆ, ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ ਜਾਂ ਸੁਣਦੇ ਹਨ। ਸਤਸੰਗ ਵਿੱਚ ਬਹਿ ਕੇ ਸੁਣਨਾ ਜਾਂ ਗਾਉਣਾ, ਦੋਨਾਂ ਦਾ ਇੱਕੋ ਹੀ ਮਕਸਦ ਹੈ, ਪਰਮੇਸ਼ਰ ਨਾਲ ਜੁੜਨਾ। ਬਲਕਿ ਸਤਿਗੁਰੂ ਪਾਤਸ਼ਾਹ ਜੀ ਨੇ ਸੁਣਨ ਵਾਲਿਆਂ ਨੂੰ ਗਾਉਣ ਵਾਲਿਆਂ ਤੋਂ ਵੀ ਅੱਗੇ ਦੱਸਿਆ। ਕਹਿੰਦੇ ਪਵਿੱਤ ਸੁਣਦੇ ਪੁਨੀਤ। ਸਤਿਗੁਰੂ ਨੇ ਆਨੰਦ ਸਾਹਿਬ ਵਿੱਚ ਕਿਹਾ ਕਿ ਕਹਿਣ ਵਾਲੇ ਪਵਿੱਤਰ ਹੁੰਦੇ ਨੇ, ਸੁਣਨ ਵਾਲੇ ਉਦੋਂ ਵੀ 3 ਪੁਆਇੰਟ ਅੱਗੇ ਆ। ਪਵਿੱਤਰ 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 ਪੁਨੀਤ, ਭਾਵ ਸੁਣਨ ਵਾਲੇ ਜਿਹੜੇ ਹਨ ਉਹ ਗੱਲ ਨੂੰ ਗ੍ਰਹਿਣ ਕਰਕੇ ਜੀਵਨ ਵਿੱਚ ਧਾਰਨ ਕਰਦੇ ਹਨ।
ਇਸ ਕਰਕੇ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਹਮੇਸ਼ਾ ਆਨੰਦ ਵਿੱਚ ਰਹਿੰਦੇ ਹਨ, ਭਗਤੀ ਕਰਦੇ ਹਨ, ਦਿਨ ਰਾਤ ਉਹਨੂੰ ਗਾਉਂਦੇ ਜਾਂ ਸੁਣਦੇ ਹਨ। ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਦੁਨੀਆ ਨੱਚਦੀ ਆ ਤੇ ਨੱਚਣਾ ਕੇਵਲ ਵਿਆਹਾਂ ਦੇ ਵਿੱਚ ਹੀ ਨਹੀਂ, ਨੱਚਣ ਦਾ ਮਤਲਬ ਮਾਇਆ ਦੇ ਪਿੱਛੇ ਨੱਚਣਾ। ਪਰ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਨਾਚ ਰੇ ਮਨ ਗੁਰ ਕੈ ਆਗੇ। ਗੁਰੂ ਦੇ ਅੱਗੇ ਨੱਚਣਾ ਭਾਵ ਗੁਰਮਤਿ ਅਨੁਸਾਰ ਚੱਲਣਾ। ਮਾਇਆ ਦੇ ਪਿੱਛੇ ਅਸੀਂ ਭੱਜ ਦੌੜ ਕਰਦੇ ਹਾਂ, ਇਹਨੂੰ ਕਿਤੇ ਨੱਚਣਾ ਵੀ ਕਿਹਾ। ਇੱਥੇ ਪਾਤਸ਼ਾਹ ਜੀ ਨੇ ਨੱਚਣਾ ਕਿਹਾ ਹੈ, ਭਗਤੀ ਕਰਨਾ। ਮਨੁਆ ਨਾਚੈ ਭਗਤ ਦ੍ਰਿੜਾਏ। ਜਦੋਂ ਕਿਸੇ ਦਾ ਮਨ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਲੱਗਦਾ, ਇਸ ਦਾ ਸੁਭਾਅ ਵੀ ਨੱਚਣਾ ਹੈ। ਤਾਂ ਜਿਨ੍ਹਾਂ ਦਾ ਮਨ ਹਮੇਸ਼ਾ ਭਗਤੀ ਵਿੱਚ ਲੱਗਿਆ ਰਹਿੰਦਾ ਹੈ, ਗੁਰੂ ਦੇ ਚਰਨਾਂ ਨਾਲ ਜੁੜ ਕੇ ਖੁਸ਼ ਰਹਿੰਦਾ ਹੈ, ਇਹਨੂੰ ਵੀ ਕਹਿੰਦੇ ਆ ਨੱਚਣਾ। ਕਿਉਂਕਿ ਨੱਚਦਾ ਬੰਦਾ ਖੁਸ਼ੀ ਵਿੱਚ ਹੀ ਹੈ। ਵਿਆਹ ਦੇ ਵਿੱਚ ਨੱਚਦੇ ਆ ਲੋਕ, ਉਹ ਸਰੀਰ ਕਰਕੇ ਨੱਚਣਾ ਹੈ, ਇੱਥੇ ਮਨ ਕਰਕੇ ਨੱਚਣਾ ਹੈ। ਭਾਵ ਮਨ ਦਾ ਗੁਰੂ ਚਰਨਾਂ ਦੇ ਵਿੱਚ ਰਹਿਣਾ। ਮਨੁਆ ਨਾਚੈ ਭਗਤ ਦ੍ਰਿੜਾਏ, ਗੁਰ ਕੈ ਸ਼ਬਦ ਮੰਨੈ ਮਨ ਮਿਲਾਏ। ਇਹ ਕਿਹੜਾ ਨੱਚਣਾ ਹੈ? ਇਹ ਨੱਚਣਾ ਹੈ ਗੁਰੂ ਦੇ ਸ਼ਬਦ ਨੂੰ ਮੰਨਣਾ, ਭਾਵ ਸੁਣਿਆ ਮੰਨਿਆ ਮਨ ਕੀਤਾ ਭਾਉ। ਗੁਰੂ ਦੇ ਸ਼ਬਦ ਨੂੰ ਮੰਨਣਾ ਤੇ ਮੰਨ ਕੇ ਜੀਵਨ ਵਿੱਚ ਧਾਰਨ ਕਰਨਾ। ਜਿਵੇਂ ਕੋਈ ਤਾਲ ਤੇ ਨੱਚਦਾ, ਢੋਲ ਦੀ ਥਾਪ ਤੇ ਨੱਚਦਾ, ਇੱਥੇ ਨੱਚਣਾ ਕੋਈ ਬੁੜਕਣਾ ਨਹੀਂ ਆ। ਉਸ ਤਰ੍ਹਾਂ ਇੱਥੇ ਨੱਚਣ ਦਾ ਮਤਲਬ ਹੈ ਗੁਰੂ ਦੇ ਸ਼ਬਦ ਨੂੰ ਮੰਨ ਕੇ ਉਹਦੇ ਮੁਤਾਬਕ ਚੱਲਣਾ। ਮਨੁਆ ਨਾਚੈ ਭਗਤ ਦ੍ਰਿੜਾਏ। ਜਿਨ੍ਹਾਂ ਦਾ ਮਨ ਭਗਤੀ ਕਰਦਾ ਹੈ, ਉਹ ਪ੍ਰੇਮਾ ਭਗਤੀ ਵਿੱਚ ਮਾਨੋ ਨੱਚਦੇ ਹਨ। ਕਿਵੇਂ ਨੱਚਦੇ ਹੈ? ਗੁਰ ਕੈ ਸ਼ਬਦ ਮੰਨੈ। ਗੁਰੂ ਨੇ ਜੋ ਕਿਹਾ ਉਹਨੂੰ ਮਨ ਕਰਕੇ ਮੰਨਦੇ ਹਨ ਤੇ ਮਨ ਮਿਲਾਏ। ਜਿਵੇਂ ਕੋਈ ਤਾਲ ਦੇ ਨਾਲ ਤਾਲ ਮਿਲਾਉਂਦਾ। ਕਈ ਵਾਰੀ ਸਾਡੇ ਘਰਾਂ ਦੇ ਵਿੱਚ ਖੁਸ਼ੀ ਦੇ ਕਾਰਨ ਬੱਚਾ ਹੋਇਆ, ਵਿਆਹ ਹੋਇਆ, ਖੁਸਰੇ ਨੱਚਦੇ ਆ ਕੇ ਉਹ ਤਾੜੀ ਦੇ ਨਾਲ, ਤਾਲ ਦੇ ਨਾਲ ਨੱਚਦੇ ਆ। ਇਸੇ ਤਰ੍ਹਾਂ ਢੋਲ ਤੇ ਨੱਚਣ ਵਾਲੇ ਢੋਲ ਦੀ ਥਾਪ ਤੇ ਨੱਚਦੇ ਆ। ਪਰ ਇੱਥੇ ਮਨ ਦਾ ਨੱਚਣਾ ਜਿਹੜਾ ਹੈ, ਉਹ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਉਹਦੇ ਮੁਤਾਬਕ ਚੱਲਣਾ ਹੀ ਨੱਚਣਾ ਹੈ। ਇੱਥੇ ਕੋਈ ਉਸ ਤਰ੍ਹਾਂ ਨੱਚਣਾ ਨਹੀਂ। ਤੁਸੀਂ ਦੇਖਦੇ ਹੋ ਗੁਰਮਤਿ ਵਿੱਚ ਜਿਹੜੀ ਸਤਸੰਗ ਹੁੰਦੀ ਹੈ, ਆਰਾਮ ਨਾਲ ਬੈਠ ਕੇ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਆਪਾਂ ਬੈਠ ਕੇ ਸੁਣਦੇ ਹਾਂ। ਰਾਗੀ ਜਥਾ ਜਾਂ ਕਥਾਵਾਚਕ ਜਿਹੜੇ ਹਨ, ਬੈਠ ਕਰਕੇ ਸੁਣਾਉਣਾ ਕਰਦੇ ਹਨ। ਇੱਥੇ ਉਸ ਤਰ੍ਹਾਂ ਨੱਚਣਾ ਨਹੀਂ ਜੀ, ਜਿਵੇਂ ਕਈ ਧਰਮਾਂ ਦੇ ਵਿੱਚ ਅਸੀਂ ਦੇਖਦੇ ਹਾਂ, ਲੋਕ ਸਤਸੰਗ ਕਰਦੇ ਕਰਦੇ ਉੱਠ ਕੇ ਨੱਚਣ ਲੱਗ ਜਾਂਦੇ ਆ। ਕਈ ਥਾਵਾਂ 'ਤੇ ਐਸਾ ਵੀ ਉਹਨਾਂ ਦਾ ਰੀਤੀ ਰਿਵਾਜ ਹੈ। ਪਰ ਗੁਰਮਤਿ ਨੇ ਉਸ ਤਰ੍ਹਾਂ ਸਰੀਰ ਦਾ ਨੱਚਣਾ ਨਹੀਂ ਕਿਹਾ, ਅੰਦਰੋਂ ਮਨ ਨੱਚੇ, ਭਾਵ ਮਨ ਖੁਸ਼ ਹੋਣਾ, ਮਨ ਦਾ ਵਿਰਾਗਮਾਨ ਹੋਣਾ, ਅੰਦਰੋਂ ਮਨ ਦੀ ਖਿੱਚ ਬਣਨੀ, ਪਰਮੇਸ਼ਰ ਨਾਲ ਜੁੜਨ ਦੀ, ਪਰਮੇਸ਼ਰ ਵੱਲ ਚੱਲਣ ਦੀ ਸਲਾਹ ਬਣਨੀ ਅੰਦਰੋਂ। ਇਸ ਨੂੰ ਨੱਚਣਾ ਕਿਹਾ ਸਤਿਗੁਰ ਨੇ। ਗੁਰ ਕੈ ਸ਼ਬਦ ਮੰਨੈ। ਗੁਰੂ ਦੇ ਸ਼ਬਦ ਨੂੰ ਮਨ ਕਰਕੇ ਮੰਨੇ ਤੇ ਮਨ ਮਿਲਾਏ, ਉਹਦੇ ਨਾਲ ਮਨ ਨੂੰ ਜੋੜੇ। ਭਾਵ ਗੁਰੂ ਕਹਿੰਦਾ ਸਿੱਖ ਨੇ ਠੇਕੇ ਵੱਲ ਨਹੀਂ ਜਾਣਾ ਤਾਂ ਨਹੀਂ ਜਾਣਾ। ਗੁਰੂ ਕਹਿੰਦਾ ਨਸ਼ੇ ਪੀਣੇ, ਸ਼ਰਾਬਾਂ ਪੀਣੀਆਂ ਆਦਿ ਇਹ ਚੀਜ਼ਾਂ ਜਿਹੜੀਆਂ ਹੈ ਕੁਰੈਤ ਹੈ, ਸਿੱਖ ਨੇ ਨਹੀਂ ਕਰਨੀਆਂ ਤੇ ਨਹੀਂ ਕਰਨੀਆਂ। ਉੱਧਰ ਮਨ ਨੇ ਨਹੀਂ ਜਾਣਾ, ਕਿਉਂਕਿ ਜਿੱਧਰ ਸਾਡਾ ਮਨ ਜਾਂਦਾ ਉੱਧਰ ਸਰੀਰ ਵੀ ਚਲਿਆ ਜਾਂਦਾ। ਸਾਡੇ ਸਰੀਰ ਨੂੰ ਮਨ ਹੀ ਲੈ ਕੇ ਜਾਂਦਾ। ਮਨ ਫੁਰਨਾ ਬਣਾਉਂਦਾ, ਫਿਰ ਪੈਰ ਚੱਲ ਪੈਂਦੇ ਆ। ਮਨ ਫੁਰਨਾ ਬਣਾਉਂਦਾ, ਫਿਰ ਹੱਥ ਕੱਬ ਕਰਦੇ ਆ ਉਹ, ਕਿਉਂਕਿ ਮਨ ਦੇ ਅੰਦਰ ਹੀ ਉਹ ਫੁਰਨੇ ਆਉਂਦੇ ਆ। ਇੱਕ ਫੁਰਨਾ ਪਰਮੇਸ਼ਰ ਵੱਲੋਂ, ਗੁਰੂ ਵੱਲੋਂ ਆਉਂਦਾ, ਅਤੇ ਇੱਕ ਇੱਥੋਂ ਦਾ ਜਿਹੜਾ ਰਾਜਾ ਸੰਸਾਰ ਦਾ, ਕਲਯੁਗ,
ਉਹਦੇ ਵੱਲੋਂ ਆਉਂਦਾ। ਇਹ ਹੁਣ ਜੱਜਮੈਂਟ ਆਪਾਂ ਕਰਨੀ ਆ ਵੀ ਦੋਨਾਂ 'ਚੋਂ ਕਿਹੜਾ ਫੁਰਨਾ ਸਹੀ ਆਪਣੇ ਵਾਸਤੇ ਹੈ। ਜਿਹੜਾ ਗੁਰਮਤ ਵਾਲਾ ਹੈ ਉਹ ਤਾਂ ਗੁਰੂ ਦਾ ਫੁਰਨਾ ਸੁਣੇਗਾ, ਗੁਰੂ ਦੀ ਹੁਕਮ ਨੂੰ ਸੁਣੇਗਾ, ਗੁਰੂ ਦੀ ਗੱਲ ਸੁਣੇਗਾ। ਜਿਹੜਾ ਮਨਮਤ ਵਾਲਾ ਉਹ ਕਲਯੁਗ ਦੇ ਫੁਰਨੇ ਸੁਣ ਲਵੇਗਾ, ਉਹ ਉੱਧਰ ਨੂੰ ਚੱਲ ਪਵੇਗਾ। ਇਸ ਕਰਕੇ ਜਦੋਂ ਗੁਰੂ ਦੇ ਸ਼ਬਦ ਨੂੰ ਸਿੱਖ ਸੁਣਦਾ ਹੈ ਅਤੇ ਮਨ ਨੂੰ ਉਹਦੇ ਨਾਲ ਜੋੜਦਾ ਹੈ, ਭਾਵ ਜਿਵੇਂ ਸ਼ਬਦ ਕਹਿੰਦਾ ਉਵੇਂ ਕਰਨਾ। 4 ਬੱਜਰ ਕਰਹਿਤਾ ਤੋਂ ਸਾਨੂੰ ਵਰਜਿਆ, ਅਤੇ ਨਾਲ ਇਹ ਵੀ ਕਹਿਤਾ ਵੀ ਜਿਹੜਾ ਸਿੱਖ ਇਹ 4 ਬੱਜਰ ਕਰਹਿਤਾ ਕਰਦਾ, ਕੇਸ ਕੱਟਦਾ, ਤੰਬਾਕੂ ਪੀਂਦਾ, ਨਸ਼ੇ ਖਾਂਦਾ, ਪਰ ਇਸਤਰੀ ਪਰ ਪੁਰਖ ਦਾ ਗਵਨ ਕਰਦਾ, ਉਹਨਾਂ ਨੂੰ ਮਿਲਦਾ ਹੈ ਗਲਤ ਸੋਚ ਨਾਲ, ਉਹ ਮੇਰਾ ਸਿੱਖ ਨਹੀਂ ਹੈ, ਉਹ ਕੱਟਿਆ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਾਂ, ਜਿਹੜਾ ਗੁਰੂ ਦੇ ਸ਼ਬਦ ਨੂੰ ਮੰਨ ਕੇ ਮਨ ਵਿੱਚ ਧਾਰਨ ਕਰੇ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਉਹ ਮੇਰਾ ਸਖਾ ਮਿੱਤਰ ਹੈ, ਸੰਬੰਧੀ ਹੈ, ਸਾਕ ਹੈ, ਰਿਸ਼ਤੇਦਾਰ ਹੈ, ਦੋਸਤ ਹੈ, ਮਿੱਤਰ ਹੈ। ਜਿਹੜਾ ਗੁਰੂ ਦੀ ਗੱਲ ਮੰਨਦਾ, ਜਿਹੜਾ ਨਹੀਂ ਮੰਨਦਾ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ, ਬਿਨ ਸਤਿਗੁਰ ਸੋ ਕਦੇ ਨ ਪਾਵੈ ਭਾਈ, ਫਿਰ ਪਛੋਤਾਵੈ। ਜਿਹੜਾ ਆਪਦੀ ਮਨਮਰਜ਼ੀ ਕਰਦਾ ਉਹ ਚੋਟਾਂ ਖਾਂਦਾ, ਭਾਵ ਦੁੱਖ ਭੋਗਦਾ, ਫਿਰ ਪਛਤਾਉਂਦਾ ਵੀ ਆ ਆਪਦੀਆਂ ਗਲਤੀਆਂ ਕਰਕੇ। ਮੇਰੇ ਪ੍ਰੀਤਮ ਜੀ ਕਹਿੰਦੇ, ਗੁਰ ਕੈ ਸ਼ਬਦ ਮੰਨੈ ਮਨ ਮਿਲਾਏ, ਸੱਚਾ ਤਾਲ ਪੂਰੈ। ਹੁਣ ਤਾਲ ਦੀ ਗੱਲ ਆ ਗਈ ਨਾ, ਤਾਲ 'ਤੇ ਨੱਚਦੀ ਹੈ ਦੁਨੀਆ, ਢੋਲ 'ਤੇ ਨੱਚਦੀ ਹੈ ਦੁਨੀਆ, ਪਰ ਇੱਥੇ ਜਿਹੜਾ ਤਾਲ ਹੈ ਉਹ ਸੱਚ ਨਾਲ ਜੁੜਨਾ ਹੈ। ਸੱਚਾ ਤਾਲ ਪੂਰੇ। ਇੱਥੇ ਤਾਲ ਕੋਈ ਤਾੜੀਆਂ ਮਾਰਨੀਆਂ, ਕੋਈ ਢੋਲ ਵਜਾਉਣਾ ਨਹੀਂ, ਇੱਥੇ ਤਾਲ ਹੈ ਸੱਚ ਨਾਲ ਜੁੜ ਕੇ ਚੱਲਣਾ, ਸੱਚ 'ਤੇ ਚੱਲਣਾ। ਜਿਹੜਾ ਸਹੀ ਮਾਰਗ ਹੈ ਉਸ 'ਤੇ ਚੱਲਣਾ ਗੁਰਮਤਿ ਅਨੁਸਾਰ, ਅਤੇ ਜਿਹੜਾ ਗੁਰਮਤਿ ਅਨੁਸਾਰ ਨਹੀਂ ਉਹਨੂੰ ਤਿਆਗ ਦੇਣਾ। ਇਹ ਹੈ ਸੱਚਾ ਤਾਲ। ਸੱਚਾ ਤਾਲ ਪੂਰੈ ਮਾਇਆ ਮੋਹ ਚੁਕਾਏ। ਅਤੇ ਝੂਠੇ ਤਾਲਾਂ ਮਗਰ ਬੰਦਾ ਕਿਉਂ ਭੱਜਦਾ? ਕਿਉਂਕਿ ਮਾਇਆ ਦਾ ਮੋਹ ਹੁੰਦਾ। ਪਰ ਜਿਹੜਾ ਸੱਚ 'ਤੇ ਖੜ੍ਹਾ ਹੈ ਉਹ ਲਾਲਚ ਵਿੱਚ ਆ ਕੇ ਰਿਸ਼ਵਤ ਵੀ ਨਹੀਂ ਲੈਂਦਾ। ਇਹ ਵੀ ਗੱਲ ਹੈ ਨਾਲ, ਕਿਉਂਕਿ ਸਤਿਗੁਰ ਨੇ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ, ਨਾ ਕਿ ਸਾਨੂੰ ਕੋਈ ਸੰਸਾਰੀ ਤੌਰ 'ਤੇ ਉਹਨਾਂ ਗਲਤ ਰੀਤੀ ਰਿਵਾਜ਼ਾਂ ਦੀ ਗੱਲ ਕੀਤੀ ਹੈ, ਕਰਮਕਾਂਡਾਂ ਦੀ ਗੱਲ ਨਹੀਂ ਕੀਤੀ, ਉਹ ਤਾਂ ਕੱਟੇ ਆ। ਬਲਕਿ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ। ਅਤੇ ਇੱਥੇ ਕਿਹੜਾ ਤਾਲ ਹੈ? ਮਨ ਨੇ ਕਿਵੇਂ ਨੱਚਣਾ ਹੈ? ਭਾਵ ਜਿਵੇਂ ਮਨਮੱਤੀਏ ਲੋਕ, ਹੋਰ ਵੱਡੇ ਵੱਡੇ ਅਫਸਰ ਜਿਨ੍ਹਾਂ ਦੀਆਂ ਬੇਅੰਤ ਤਨਖਾਹਾਂ ਹੈ, ਪਰ ਫਿਰ ਵੀ ਉਹ ਮੇਜ਼ ਦੇ ਹੇਠਾਂ ਦੀ ਰਿਸ਼ਵਤਾਂ ਲੈਂਦੇ ਆ, ਜਿਹੜੇ ਤਨਖਾਹਾਂ ਨਾਲ ਨਹੀਂ ਪੂਰੀਆਂ ਪੈਂਦੀਆਂ ਉਹਨਾਂ ਦੀਆਂ, ਰਿਸ਼ਵਤਾਂ ਲੈਂਦੇ ਆ। ਇਹ ਕੀ ਹੈ? ਇਹ ਮਨ ਦੇ ਮਗਰ ਲੱਗਣਾ ਹੈ। ਇਹ ਮਾਇਆ ਦਾ ਮੋਹ ਹੈ, ਬੱਚਿਆਂ ਦਾ ਮੋਹ ਹੈ, ਵਿਸ਼ੇ ਵਿਕਾਰਾਂ ਦਾ ਮੋਹ ਹੈ। ਇਸ ਕਰਕੇ ਜਿਹੜਾ ਮੇਰਾ ਸਿੱਖ ਹੈ ਉਹ ਗੁਰੂ ਦੇ ਸ਼ਬਦ ਨੂੰ ਮੰਨੇਗਾ ਔਰ ਉਹਦੇ ਮੁਤਾਬਕ ਚੱਲੇਗਾ। ਗੁਰ ਕੈ ਸ਼ਬਦ ਮੰਨੈ ਮਨ ਮਿਲਾਏ, ਸੱਚਾ ਤਾਲ ਪੂਰੇ, ਸੱਚ 'ਤੇ ਖੜ੍ਹੇ। ਸੱਚ ਤਾਂ ਪਰ ਜਾਣੀਐ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਆਸਾ ਜੀ ਕੀ ਵਾਰ ਦੇ ਸ਼ਬਦ ਹਨ। ਉਸ ਪਰਮੇਸ਼ਰ ਰੂਪੀ ਸੱਚ ਨੂੰ ਤਾਂ ਜਾਣਿਆ ਜਾ ਸਕਦਾ ਹੈ ਜੇ ਆਪਣੀ ਜ਼ਮੀਰ ਦੀ ਆਵਾਜ਼ ਸੁਣੇਗਾ। ਆਤਮ ਤੀਰਥ ਕੀ ਹੈ? ਤੀਰਥ ਆ ਸਰੋਵਰ ਦੇ ਕਿਨਾਰੇ ਤੀਰਥ ਬਣਿਆ, ਗੁਰੂ ਘਰ, ਇੱਥੇ ਬੈਠ ਕੇ ਤੁਸੀਂ ਆਵਾਜ਼ ਸੁਣ ਰਹੇ ਹੋ ਬਾਣੀ ਦੀ। ਗੰਗਾ ਤੀਰਥ 'ਤੇ ਲੋਕ ਜਾਂਦੇ ਆ, ਉਸ ਦੇ ਕਿਨਾਰੇ ਬੈਠ ਕੇ ਉੱਥੋਂ ਦੀਆਂ ਗੱਲਾਂ ਸੁਣਦੇ ਆ। ਅਤੇ ਜਦੋਂ ਜ਼ਮੀਰ ਰੂਪੀ ਤੀਰਥ 'ਤੇ ਜਾ ਕੇ ਬੈਠੋਗੇ ਅਤੇ ਤੁਸੀਂ ਤੁਹਾਡੀ ਜ਼ਮੀਰ ਦੀ ਆਵਾਜ਼ ਸੁਣੋਗੇ। ਜਿਹੜੀ ਜ਼ਮੀਰ ਦੀ ਆਵਾਜ਼ ਹੈ, ਜਿਹੜੀ ਆਤਮਾ ਦੀ ਆਵਾਜ਼ ਹੈ, ਉਹ ਸੱਚ ਦੀ ਆਵਾਜ਼ ਹੈ। ਉਹ ਤੁਹਾਨੂੰ ਗਲਤ ਕੰਮ ਕਰਨ ਤੋਂ ਵਰਜਦੀ ਆ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਉੱਥੇ ਬੈਠ ਕੇ ਕਰਨਾ ਕੀ ਹੈ? ਜੋ ਗੁਰੂ ਕਹਿੰਦਾ ਉਹਨੂੰ ਧਾਰਨ ਕਰਨਾ। ਕੋ ਸਤਨਾਮ ਸ੍ਰੀ ਸੱਚ ਸਭ ਨਾ ਹੋਏ ਦਾਰੂ। ਅਤੇ ਜੇ ਭਾਈ ਤੁਸੀਂ ਇਹ ਸੱਚ ਨੂੰ ਗ੍ਰਹਿਣ ਕਰ ਲਿਆ ਜੀਵਨ ਵਿੱਚ, ਸੱਚ ਬੋਲਣਾ ਸ਼ੁਰੂ ਕਰਤਾ, ਸੱਚ 'ਤੇ ਚੱਲ ਪਏ, ਤਾਂ ਇਹ ਇੱਕ ਦਵਾਈ ਬਣ ਜਾਣੀ ਹੈ ਅਤੇ ਅੰਦਰਲੀਆਂ ਬਿਮਾਰੀਆਂ ਖਤਮ ਹੋ ਜਾਣੀਆਂ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਬਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ।
इस करके इत्थे सच्चा ताल का मतलब की है, इत्थे ताल कोई ताड़ियां बजाउणा नहीं, गुरमत विच इन्हां नूं कटिया गया। गुरमत विच सहज नाल बैठ के असी सत्संग करनी है, भाव असी रिसर्च करनी है। जिवें स्कूल विच बैठ के बच्चे पढ़ते हैं मास्टर दे कोल, इस तरह मानो असी गुरु साहब के चरणों में बैठ के गुरु की बाणी नूं ग्रहण करना है। इत्थे नचना गाउणा नहीं, भजना दौड़ना नहीं, ताड़ियां मारना नहीं, इत्थे तां शांति नाल चौंकड़ा मार के बैठ के सरवण करना है भी सानू की कहंदा सतगुरु साडा। साडी यही ही नचना है। नाच रे मन गुर के आगे, गुर के आगे नाचे तां सुख पावे, भरम पौ भागे, दुखां दा खात्मा होना। सच्चा ताल पूरे माया मोह चुकाए, ते जदों सच ते चल पिया फिर मोह माया लालच आदि ये भज जाणगे। शब्द है निरत करावणिया, फिर साडा मन शब्द ते नचेगा। नचना फिर उही गल, साडा मन शब्द अनुसार चलेगा। जिधर बाणी कहूगी गुरु दी उधर ही जावेगा, दूजे पासे नहीं जावेगा। दूजे पासे संसार की गल कर लो तो बाणी च पातशाह कहते ऊंचा कूकै तने पछाड़े। तने पछाड़ा भाव शरीर का हिलाउणा, शरीर का पछाड़ना भाव शरीर नाल बुड़कना। पातशाह जी कहते मैं उस नचन की गल नहीं करता जिस तरह चेले साज बजाएंदे, चेले साज बजाउंदे आ, उन्हां दा मालक, उन्हां दा गुरु, उन्हां दा उस्ताद जिहड़ा वो नचदा है। आसा दी वार दे बचन ऊंचा कूकै तने पछाड़े, माया मोहे जोहिया जमकाले। वो काले वास्ते नचदे ने, माया इकट्ठी करन वास्ते उन्हां दा नचना है। को सतनाम उन्हां दा नचना उस हिसाब दा वो माया नाल जुड़े हुए हैं। ਉੱਚੀ ਉੱਚੀ ਬੋਲਦੇ ਹੈ, ਸਰੀਰ ਨੂੰ ਖਰਾਬ ਕਰਦੇ ਆ, ਦੁੱਖ ਦਿੰਦੇ ਹਨ। ਓਡੇ ਓਡਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਕਰ ਜਾਵੇ। ਰੋਟੀਆਂ ਕਾਰਨ ਪੂਰੈ ਤਾਲ, ਆਪ ਪਛਾੜੈ ਧਰਤੀ ਨਾਲ। ਇਹ ਉਹਨਾਂ ਦੀ ਗੱਲ ਹੈ ਜਿਹੜੇ ਸਰੀਰ ਕਰਕੇ ਨੱਚਦੇ ਹਨ, ਪੈਰਾਂ ਕਰਕੇ ਨੱਚਦੇ ਆ, ਰਸ ਲੀਲਾ ਪਾਉਂਦੇ ਆ, ਰੇਤਾ ਉੱਡ ਉੱਡ ਕੇ ਸਿਰ 'ਚ ਪੈਂਦਾ, ਦੁਨੀਆ ਹੱਸਦੀ ਆ ਵੇਖ ਵੇਖ ਕੇ। ਚੇਲੇ ਸਾਜ ਵਜਾਏਂਦੇ, ਚੇਲੇ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੇ ਤਨਾੜੇ ਜਾਈ। ਇਹ ਉਹਨਾਂ ਦੀ ਗੱਲ ਆ ਜਿਹੜੇ ਕਰਮ ਕਾਂਡਾਂ ਨਾਲ ਜੁੜੇ ਹੋਏ ਆ, ਰੀਤੀ ਰਿਵਾਜਾਂ ਨਾਲ ਜੁੜੇ ਹੋਏ ਆ। ਪਰ ਇੱਥੇ ਉੱਦਾਂ ਨਹੀਂ ਹੈ। ਇੱਥੇ ਪਾਤਸ਼ਾਹ ਨੂੰ ਕਹਿਣਾ ਪਿਆ ਚੌਥੇ ਪਦੇ ਵਿੱਚ ਜਾ ਕੇ ਕਿਤੇ ਸਿਰਾ ਸਿੱਖ ਵੀ ਉੱਠ ਕੇ ਨੱਚਣੀ ਨਾ ਲੱਗ ਪਵੇ ਸ਼ਬਦ ਪੜ੍ਹ ਕੇ, ਕਿਉਂਕਿ ਪਾਤਸ਼ਾਹ ਜੀ ਨੇ ਬਾਣੀ ਨੂੰ ਉਚਾਰਦਿਆਂ ਹੋਇਆਂ ਪੈਰ ਪੈਰ 'ਤੇ ਇਸ ਗੱਲ ਦਾ ਖਿਆਲ ਰੱਖਿਆ ਕਿ ਕਿਤੇ ਮੇਰਾ ਸਿੱਖ ਗਲਤ ਗਾਈਡੈਂਸ ਨਾ ਲੈ ਜੇ। ਜਿੱਥੇ ਲੱਗਿਆ ਵੀ ਹੁਣ ਇੱਥੇ ਮੈਂ ਨੱਚਣ ਦੀ ਗੱਲ ਕੀਤੀ ਆ, ਕਿਤੇ ਸਿੱਖ ਵੀ ਉੱਠ ਕੇ ਨੱਚਣ ਲੱਗ ਜਾਣ, ਤਾਂ ਫਿਰ ਚੌਥੇ ਪਦੇ ਵਿੱਚ ਲਿਖ ਦਿੱਤਾ ਜਿਹੜੇ ਇਸ ਤਰ੍ਹਾਂ ਨੱਚਦੇ ਆ ਉਹ ਗਲਤ ਆ ਸਰੀਰ ਕਰਕੇ। ਉੱਚਾ ਕੋਕੈ ਤਨੈ ਪਛਾੜੇ, ਮਾਇਆ ਮੋਹੇ ਜੋਹਿਆ ਜਮਕਾਲੇ। ਜਿਹੜੇ ਮਾਇਆ ਦੇ ਪਿੱਛੇ ਨੱਚਦੇ ਹੈ, ਮਾਇਆ ਦੇ ਪਿੱਛੇ ਭੱਜਦੇ ਹਨ, ਤਾਂ ਮਾਨੋ ਉਹ ਮੌਤ ਵੱਲ ਜਾ ਰਹੇ ਹੈ। ਜਿਸ ਤਰ੍ਹਾਂ ਲਾਲਚ ਜਿਹੜਾ ਹੈ ਮੌਤ ਦਾ ਕਾਰਨ ਵੀ ਬਣ ਜਾਂਦਾ ਕਈ ਵਾਰੀ। ਇੱਕ ਮਨੁੱਖ ਕਿਸੇ ਸਾਧੂ ਕੋਲੇ ਗਿਆ, ਕਹਿੰਦੇ ਮਹਾਂਪੁਰਸ਼ੋ ਕਿਰਪਾ ਕਰੋ, ਬੜੀ ਗਰੀਬੀ ਹੈ ਘਰ ਵਿੱਚ। ਕਹਿੰਦੇ ਉਸ ਮਹਾਂਪੁਰਸ਼ ਨੇ ਉਸ ਦਾ ਬਚਨ ਸੁਣਿਆ, ਉਹਦੀ ਗੱਲ ਸੁਣੀ ਅਤੇ ਉਸ ਨੂੰ ਕਹਿੰਦੇ 4 ਮੋਮਬੱਤੀਆਂ ਫੜਾ ਦਿੱਤੀਆਂ। ਕਹਿੰਦੀ ਆ ਲੈ ਜਾ ਭਾਈ, ਇੱਕ ਮੋਮਬੱਤੀ ਜਗਾ ਕੇ ਚੜ੍ਹਦੇ ਵੱਲ ਜਾਈ, ਜਿੱਥੇ ਖਤਮ ਹੋ ਗਈ ਉੱਥੋਂ ਥਾਂ ਪੱਟੀ, ਤੈਨੂੰ ਖਜ਼ਾਨਾ ਮਿਲ ਜੂਗਾ, ਚਾਂਦੀ ਦੇ ਰੁਪਈਏ ਮਿਲ ਜਾਣਗੇ, ਤੂੰ ਪੱਟ ਕੇ ਲੈ ਜੀ ਘਰੇ, ਤੇਰੀ ਗਰੀਬੀ ਦੂਰ ਹੋ ਜੂਗਾ। ਅਤੇ ਬਾਕੀ ਜੀ ਕਹਿੰਦੇ ਜੇ ਥੋੜ੍ਹਾ ਰਹਿ ਗਿਆ ਦੂਜੀ ਜਗਾ ਲਈ, ਛਿਪਦੇ ਵੱਲ ਜਾਈ, ਜਿੱਥੇ ਇਹ ਮੁੱਕ ਗਈ ਖਤਮ ਹੋ ਗਈ, ਉੱਥੋਂ ਥਾਂ ਪੱਟੀ, ਤੈਨੂੰ ਉੱਥੋਂ ਸੋਨੇ ਦੀਆਂ ਮੋਹਰਾਂ ਮਿਲ ਸਕਦੀਆਂ, ਉਹ ਖਜ਼ਾਨਾ ਪੱਟ ਕੇ ਘਰੇ ਲੈ ਜੀ, ਤੇਰਾ ਕੰਮ ਸਰ ਜੂਗਾ। ਹੁਣ ਜਿਵੇਂ ਜਿਵੇਂ ਸਾਧੂ ਦੱਸੀ ਜਾਂਦੇ ਆ, ਮਹਾਂਪੁਰਸ਼ ਬੰਦੇ ਦੇ ਅੰਦਰ ਲਾਲਚ ਵਧਣਾ ਸ਼ੁਰੂ ਹੋਇਆ। ਕਹਿੰਦਾ ਜੀ ਆ ਤੀਜੀ, ਕਹਿੰਦੇ ਬਈ ਜੇ ਥੋੜ੍ਹਾ ਰਹਿ ਗਿਆ, ਹੁਣ
ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਲਾਲਚ ਐਸਾ ਹੈ ਗੁਬਾਰੇ ਦੀ ਨਿਆਈ। ਆ ਬੱਚਿਆਂ ਕੋਲੇ ਗੁਬਾਰਾ ਹੁੰਦਾ ਨਾ, ਹਵਾ ਪਾਉਂਦੇ ਆ, ਉਹ ਫੁੱਲਦਾ ਤੁਰਿਆ ਜਾਂਦਾ। ਤੋ ਇੱਕ ਬਚਨ ਹੈ, ਵਧੇ ਵਧੇ ਨਾ ਵਧੇ ਨਾ ਘਟੇ, ਤੇ ਘਟੇ ਘਟੇ। ਵਧੇ ਵਧੇ ਦਾ ਮਤਲਬ ਹੈ ਆਸ਼ਾ ਤ੍ਰਿਸ਼ਨਾ, ਜਿਹੜੀ ਵਾਧੀ ਤੁਰੀ ਜਾਂਦੀ ਹੈ ਬੰਦੇ ਦੇ ਅੰਦਰ, ਜੇ ਨਾ ਇਹਨੂੰ ਕੰਟਰੋਲ ਕੀਤਾ ਜਾਵੇ, ਨਾ ਸਬਰ ਕੀਤਾ ਜਾਵੇ, ਤੇ ਵੱਧਦੀ ਜਾਂਦੀ ਹੈ। ਤੇ ਫਿਰ ਘਟੇ ਘਟੇ ਭਾਵ ਸਾਡੀ ਜ਼ਿੰਦਗੀ ਇਹ ਘਟਦੀ ਜਾ ਰਹੀ ਹੈ। ਜਿੱਦਣ ਅਸੀਂ ਜਨਮ ਲੈ ਲਿਆ ਉਦੋਂ ਸਾਡਾ ਇੱਕ ਦਿਨ ਘਟ ਗਿਆ। ਫਿਰ ਨਾ ਵਧੇ ਨਾ ਘਟੇ, ਜਿਹੜੇ ਸਾਡੇ ਸਵਾਸ ਹਨ ਇਹ ਓਨੇ ਮਿਲਣੇ ਆ ਜਿੰਨੇ ਦਿੱਤੇ ਆ, ਨਾ ਇਹ ਵਧਣ ਨਾ ਘਟਣ। ਤੇ ਇਹ ਬੰਦਾ ਕਹਿਣ ਲੱਗਿਆ ਜੀ ਤੀਜੀ ਮੋਮਬੱਤੀ, ਕਹਿੰਦੇ ਤੀਜੀ ਪੁੱਤਰਾ ਜੇ ਥੋੜਾ ਰਹਿ ਗਿਆ ਨਾ, ਫਿਰ ਵੀ ਜੇ ਨਾ ਤੈਨੂੰ ਸਰਿਆ ਤੇ ਤੀਜੀ ਜਗਾ ਕੇ ਤੂੰ ਉੱਤਰ ਵੱਲ ਚਲਿਆ ਜਾਈਂ। ਜਿੱਥੇ ਜਾ ਕੇ ਖਤਮ ਹੋ ਗਈ ਥਾਂ ਪੱਟੀ, ਤੈਨੂੰ ਹੋਰ ਵੱਡਾ ਖਜ਼ਾਨਾ ਹੀਰੇ ਜਵਾਹਰਾਤ ਮਿਲ ਸਕਦੇ ਆ। ਕਹਿਣ ਲੱਗਿਆ ਜੀ ਠੀਕ ਆ। ਤੇ ਆ ਚੌਥੀ, ਮਹਾਂਪੁਰਸ਼ ਕਹਿੰਦੇ ਲੈ ਤਾਂ ਜਾ ਪਰ ਇਹਨੂੰ ਜਗਾਈ ਨਾ। ਹੁਣ ਉਸ ਸਬਰ ਤੇ ਖੜਨਾ ਸੀ ਨਾ। ਮਹਾਂਪੁਰਸ਼ ਕਹਿੰਦੇ ਲੈ ਜਾ ਨਾਲ ਹੀ ਇਹ ਵੀ, ਤੇ ਪਰ ਤੂੰ ਇਹਨੂੰ ਨਾ ਜਗਾਈ। ਤੇ ਜੇ ਤੂੰ ਜਗਾਏਂਗਾ ਤਾਂ ਨੁਕਸਾਨ ਹੋ ਸਕਦਾ ਹੈ, ਇੰਨਾ ਖਜ਼ਾਨਾ ਬਹੁਤ ਹੈ ਤੇਰੇ ਵਾਸਤੇ। ਹੁਣ ਚਾਰੇ ਮੋਮਬੱਤੀਆਂ ਘਰੇ ਲੈ ਗਈਆਂ, ਬਾਰੀ ਬਾਰੀ ਉਹ ਜਗਾਈਆਂ। ਉਸਨੇ ਇੱਕ ਪਾਸੇ ਚਾਂਦੀ ਦਾ ਖਜ਼ਾਨਾ, ਦੂਜੇ ਪਾਸੇ ਸੋਨਾ, ਤੀਜੇ ਪਾਸੇ ਹੀਰੇ ਜਵਾਹਰਾਤ ਚੱਕ ਲਿਆਇਆ ਘਰੇ। ਹੁਣ ਇੱਕ ਦਿਨ ਬੈਠਾ ਬੈਠਾ ਸੋਚਦਾ ਹੈ ਵੀ ਸਾਧ ਨੇ ਯਾਰ ਚੌਥੀ ਮੋਮਬੱਤੀ ਜਗਾਉਣ ਤੋਂ ਕਿਉਂ ਰੋਕਤਾ। ਤੇ ਚੌਥੀ ਮੋਮਬੱਤੀ ਉਸਨੇ ਆਪਦੀ ਮਰਜ਼ੀ ਨਾਲ ਜਗਾ ਕੇ ਚੌਥੇ ਪਾਸੇ ਚੱਲ ਪਿਆ ਦੱਖਣ ਵੱਲ। ਤੇ ਜਿੱਥੇ ਜਾ ਕੇ ਉਹ ਮੋਮਬੱਤੀ ਖਤਮ ਹੋ ਗਈ ਉੱਥੋਂ ਥਾਂ ਪੱਟਿਆ। ਪੜਦੇ ਪੜਦੇ ਕੰਧ ਜੀ ਨਿਕਲ ਆਈ, ਕੰਧ ਜੀ ਨੂੰ ਸਾਫ਼ ਕੀਤਾ, ਕੰਧ ਵਿੱਚ ਗੇਟ ਨਿਕਲ ਆਇਆ। ਉਹ ਕਹਿੰਦੇ ਕੰਧ ਦੇ ਵਿੱਚੋਂ ਗੇਟ ਸਾਫ਼ ਕੀਤਾ, ਕੱਢਿਆ, ਵਿੱਚੋਂ ਮਿੱਟੀ ਮੁੱਟੀ ਕੱਢੀ ਤੇ ਉਹ ਗੇਟ ਖੁੱਲ੍ਹ ਗਿਆ। ਗੇਟ ਖੋਲ੍ਹ ਕੇ ਅੰਦਰ ਚਲਿਆ ਗਿਆ। ਅੰਦਰ ਹਨੇਰਾ, ਹੱਥ ਪੈਰ ਮਾਰਦਾ, ਅੰਦਰੋਂ ਆਵਾਜ਼ ਆਈ ਕੌਣ ਹੈ? ਇਹ ਕਹਿੰਦਾ ਮੈਂ ਹਾਂ। ਅੱਛਾ ਅੱਛਾ ਆ ਜਾ ਆ ਜਾ, ਕਿਵੇਂ ਆ? ਉਹ ਬੰਦਾ ਅੰਦਰ ਬੋਲਦਾ ਹੈ ਤੇ ਉਸ ਬੰਦੇ ਨੂੰ ਪੁੱਛਦਾ ਭਾਈ ਸਾਹਿਬ ਇੱਥੇ ਕੋਈ ਖਜ਼ਾਨਾ ਹੈ? ਕਹਿੰਦਾ ਯਾਰ ਹੈ ਤਾਂ ਸਹੀ। ਕਹਿੰਦਾ ਕਿੱਧਰ ਆ, ਮੈਨੂੰ ਦੱਸ ਦੇ। ਕਹਿੰਦੀ ਆ ਜਾ ਦੱਸ ਦਿੰਦਾ, ਪਰ ਮੈਥੋਂ ਹੱਲਿਆ ਨਹੀਂ ਜਾਂਦਾ। ਮੇਰੇ ਸਿਰ ਦੇ ਵਿੱਚ ਚੱਕੀ ਦਾ ਪੁੜ ਪਾਇਆ ਹੋਇਆ, ਚੱਕੀ ਦਾ ਪੱਥਰ ਵਿਚਾਲੇ ਮੋਰਾ ਹੁੰਦਾ ਨਾ, ਉੱਤੋਂ ਦੀ ਚੜਾਇਆ ਹੋਇਆ ਤੇ ਮੋਢਿਆਂ 'ਤੇ ਰੱਖਿਆ ਹੋਇਆ। ਕਹਿਣ ਲੱਗਿਆ ਮੈਥੋਂ ਹੱਲਿਆ ਨਹੀਂ ਜਾਂਦਾ, ਇਹ ਚੱਕੀ ਦਾ ਪੁੜ ਮੇਰੇ ਮੋਢਿਆਂ 'ਤੇ ਪਾ ਕੇ ਰੱਖਤਾ। ਤੂੰ ਆਏਂ ਕਰ ਹੱਥ ਲਵਾ ਤੇ ਮੇਰੇ ਸਿਰ 'ਚੋਂ ਕਢਾ। ਉਹ ਲਾਲਚੀ ਬੰਦੇ ਨੇ ਉਹ ਪੁੜ ਕਢਾਉਣ ਵਾਸਤੇ ਆਪਣੇ ਦੋਨੇ ਹੱਥ ਲਾਏ। ਹੁਣ ਇਕੱਲੇ ਤੋਂ ਨਹੀਂ ਕੱਢਿਆ ਜਾਂਦਾ ਸੀ, ਦੋਵਾਂ ਨੇ ਰਲ ਕੇ ਉਹਦੇ ਸਿਰ 'ਚੋਂ ਕੱਢਤਾ। ਉਹਨੇ ਬੋਚ ਕੇ ਆਪਣੇ ਸਿਰ 'ਚੋਂ ਕੱਢਿਆ ਤੇ ਉਹਦੇ ਸਿਰ ਕੰਨੀ ਕਰਕੇ ਉਹਦੇ ਸਿਰ 'ਤੇ ਰੱਖ ਕੇ ਹੱਥ ਛੱਡਤੇ। ਉਹ ਲਾਲਚੀ ਬੰਦਾ ਕਹਿੰਦਾ ਕੀ ਕਰਦਾ ਕੀ ਕਰਦਾ ਹੈ? ਕਹਿੰਦਾ ਬਸ ਇੱਥੇ ਆਹੀ ਖਜ਼ਾਨਾ ਹੈ, ਆਪਾਂ ਚੱਲੇ ਆ, ਤੂੰ ਵੇਖ ਹੁਣ ਕੋਈ ਤੇਥੋਂ ਵੱਡਾ ਲਾਲਚੀ ਆਵੇਗਾ ਉਹ ਹੀ ਤੈਨੂੰ ਕੱਢੇਗਾ। ਕੋ ਸਤਨਾਮ ਸੀ। ਤੇ ਉਹ ਬੰਦਾ ਨਿਕਲ ਕੇ ਬਾਹਰ ਆ ਗਿਆ ਤੇ ਉਹਨੂੰ ਫਸਾਇਆ ਉੱਥੇ। ਇਸ ਕਰਕੇ ਬਾਬਾ ਜੀ ਕੀ ਕਹਿੰਦੇ ਸੀਗੇ, ਮਾਇਆ ਮੋਹੇ ਜੋਹਿਆ ਜਮ ਕਾਲੇ। ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੱਚਦੇ ਹਨ। ਬਾਣੀ ਕਹਿੰਦੀ ਆ ਨਾਚ ਰੇ ਮਨ ਗੁਰ ਕੇ ਆਗੇ, ਗੁਰ ਕੇ ਭਾਣੇ ਨਾਚੈ ਤਾਂ ਸੁਖ ਪਾਵੇ। ਜੇ ਗੁਰੂ ਦੇ ਅਨੁਸਾਰ ਚੱਲੇਗਾ ਤਾਂ ਸੁਖੀ ਹੋਵੇਗਾ, ਜੇ ਮਾਇਆ ਦੇ ਮੁਤਾਬਕ ਨੱਚੇਗਾ ਤੇ ਫਿਰ ਫਸੇਗਾ। ਮਾਇਆ ਮੋਹ ਜੋਹਿਆ ਜਮ ਕਾਲੇ, ਮਾਇਆ ਮੋਹ ਇਸ ਮਨਹਿ ਨਚਾਏ। ਇਹ ਮਾਇਆ ਦਾ ਮੋਹ ਸਾਡੇ ਮਨ ਨੂੰ ਦੱਬੀ ਫਿਰਦਾ, ਨਚਾਉਂਦਾ ਫਿਰਦਾ, ਭਟਕਾਉਂਦਾ ਫਿਰਦਾ। ਅੰਤਰ ਕਪਟ ਦੁੱਖ ਪਾਵਣਿਆ। ਇਹ ਮਾਇਆ ਦੇ ਮੋਹ ਵਿੱਚ ਨੱਚਦੇ ਹੋਏ ਬੰਦੇ ਦੇ ਅੰਦਰ ਛਲ ਫਰੇਬ ਦੇ ਫੁਰਨੇ ਵੀ ਬਣਦੇ ਆ। ਕਿਵੇਂ ਠੱਗੀ ਮਾਰਾਂ, ਕਿਵੇਂ ਛਲ ਕਰਾਂ, ਇਹਦੇ ਵਾਲਾ ਸਮਾਨ ਕਿਵੇਂ ਮੈਨੂੰ ਪ੍ਰਾਪਤ ਹੋਵੇ, ਮੈਂ ਕੈਸੀ ਬਾਤ ਕਰਾਂ, ਕੈਸੀ ਗੱਲ ਕਰਾਂ। ਇਹ ਹੈ ਮਾਇਆ ਦੇ ਮੁਤਾਬਕ ਨੱਚਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਮੋਹ ਇਸ ਮਨਹਿ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। ਅੰਦਰ ਛਲ ਫਰੇਬ ਪੈਦਾ ਕਰਦਾ, ਫਿਰ ਕਿਸੇ ਨਾਲ ਧੋਖਾ ਕਰਦਾ, ਧੋਖਾ ਕਰਕੇ ਕਿਸੇ ਨੂੰ ਦੁੱਖ ਦਿੰਦਾ ਤੇ ਉਸ ਦੀ ਵਾਪਸੀ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਜਿਵੇਂ ਗੇਂਦ ਨੂੰ ਜਿੰਨੇ ਜ਼ੋਰ ਨਾਲ ਕੰਧ ਨਾਲ ਮਾਰੋਗੇ ਓਨੇ ਜ਼ੋਰ ਨਾਲ ਵਾਪਸ ਆਊਗੀ। ਇਸੇ ਤਰ੍ਹਾਂ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤੇ ਸਾਨੂੰ ਵਾਪਸੀ ਦੁੱਖ ਆਵੇਗਾ। ਇਹਨੂੰ ਕਹਿੰਦੇ ਹਨ ਕਾਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ
परमेश्वर ते भुले आ बेअपन सभे रोग। इहनूं कहंदे ने किरिया दी प्रतिक्रिया। इहनूं पंजवें पातशाह कहंदे दद्दा दोष न देऊ किसै दोष कर्मा अपने जो मैं किया सो मैं पाया दोष न रीजा अवर जना। एक होर पंजवें प्रीतम गल कहंदे न दुख न देई किसै जी, तू किसी नूं दुख न देई। पर का बुरा ना राखो चीत तुमको दुख नहीं भाई मीत। तू किसी का बुरा ना सोची, तेरा बुरा नहीं हो सकता। जिहो जी साडी मनसा होवेगी, सोच होवेगी, मन होवेगा, चित्त होवेगा, बाणी बोल बाणी होवेगी, सानू ओदा ओहे जिहा फल ही मिलना है। ये साइंटिफिक ढंग नाल गुरु साहब ने समझाया। लो जी अपना जीवन सुखी कर लो, सतगुर दी आ गल मन के कहो सतनाम, सुखी हो जाएंगे आटोमैटिक। ये साइंटिफिक ढंग है पातशाह का। दसदा कि किरिया की प्रतिक्रिया होंदी है। जिहो जिहा तुसीं किसी बारे सोचोगे तुहाडीआं किरनां तुहाडी वाइब्रेशन जाके उहदे दिमाग नाल टकराऊगी ते उहदे दिमाग 'चों साडे वास्ते उही वापस आवेगा। एक दिन एक राजा ते एक वजीर ये गली चों लंघ रहे न, बाजार चों, शहर की गली चों बाजार चों लंघ रहे न। एक दुकान है बड़ी सुंदर बहुत, ऐन चौंटे दे विच। ते राजा वेख के दुकान नूं कहंदा वजीर, हाँ महाराज ये दुकान इन्हें अगे वधा के बनाई है जी, दुकान ढवा ये गलत बनी है। कहन लग्या जी ठीक है। सियाना गुरमुख वजीर सी, कहंदे वो बंदे कोले गया दुकान वाले कोले, कहंदा भी गल आया राजा साहब का हुक्म है तेरी दुकान ढाउणी है। वो कहंदा क्यों महाराज क्यों ढाउणी है? पता नहीं, मैनूं नहीं पता, राजा साहब ने कहा हैगा। वो कहन लगे ना महाराज आए ना करो। कहन लगे फिर तू राजा साहब के बारे को सोचा तो नहीं गा? इस गल्लां नूं वो वजीर जानदा सीगा। कहंदा मैं कुछ नहीं सोचा, वैसे मेरे को चंदन पिया सीगा मन सवा मन, वो विकदा नहीं। मैं सोचा भी इहनूं कौन खरीदेगा, कोई राजा रूजा मरे तो फिर वजीर खरीद के ले जाण ते फिर उन्हां ते पाया जाएगा। वजीर कहंदा बस तेरी हैसे किरिया की प्रतिक्रिया आई है, राजे बारे तू माड़ा सोचिया। भावें मरना सब ने आ, पर तू सोचिया भी राजा मरूगा फिर मेरा चंदन विकूगा। उधर राजे ने सोच लिया मेरी दुकान ढवाओ, ये मूहरे बधी हुई है, अज तो बाद ये दिमाग चो सोच कढ़ दे। वो कह लेगा ना जी मैं नहीं हुण सोचदा इदां दी गल। कहंदे ठीक आ। समा बतीत होया, महीने सवा महीने बाद किते फिर राजे का उत्थों दी गेड़ा लग्या ते राजा वेख के दुकान कहना वजीर नूं ढाई नहीं ये? नहीं महाराज ढवाई नहीं। चल रहन दे, कहंदे वैसे बाजार की शान है यार, सोहनी लगती है, चल रहन दो ना ढवाओ। भाव के ये गल्लां सही है, साइंटिफिक ढंग है, बड़ियां सूखम गल्लां है। तुहाडे दिमाग दे फुरने दूजे दे दिमाग नाल टकराउंदे आ। जिहदे बारे गल करोगे तुहाडा फोन भी तो इदां ही करदा ना, जिहदा नंबर नप्पोगे उत्थे जाके बैल बजदी है। हुण सोथों गलत लग गया कि ठीक लग गया ये सोनू पता है, पर जिहदे नंबर नप्पेगे घंटी उत्थे बजनी है। तो जिहदे बारे सोचोगे उहदे दिमाग दे विचों भी फुरना वापस आउणा साडे वास्ते। को सतनाम श्री होए। खैर मनोबिरतियां उत्थे रखिए। माया मोह इस मन है नचाए, अंतर कपट दुख पावनिया। गुरमुख भगत जां आप कराए। कहने पर गुरमुख जिहड़े हन गुरु वाले वो प्रेमा भगती करते हैं। तन मन राता सहज सुभाए, उन्हां दा तन ते मन प्रभु दे रंग विच रंगिया जांदा है। वो सहज सुभाए जीवन बतीत करते हैं। बाणी बजै शब्द बजाए, उन्हां दे अंदर बाणी चलदी आ, शब्द चलते हैं। गुरमुख भगत थाए पावनिया, वो परमेश्वर दे विच मिल के स्थिर हो जाते हैं। गुरमत अनुसार नचना नहीं है, गुरमत अनुसार मन का शब्द अगे नचना। जिमें तुहानू किसी वेले कथा सुनदे आ जां कीर्तन सुनदे आ बहुत आनंद आउंदा, फीलिंग तुहानू बहुत ज़्यादा आनंद आ रहा है, उस वेले तुहाडा मन शब्द मूहरे नच रहा है। तुसीं बैठे हो पर शब्द नच रहे, मन रच रहा है। थिर कर वैसो हरजन प्यारे, सतगुर तुमरे काल सवारे। दुष्ट दूत परमेश्वर मारे, जन की पैज रखी करतारे। इस बैठे आपां चौंकड़ा मार के हाँ, पर आनंद आ रहा बाणी के शब्दों का, तो अंदरों मन नच रहा है। ये नचना बस, होर कोई नचना नहीं इत्थे गुरमत अनुसार।
ਦੂਜੇ ਪਾਸੇ ਮਨਮੁਖ ਦੀ ਗੱਲ ਕਰਦੇ ਆ, ਬਹੁਤਾਲ ਪੂਰੇ ਬਾਜੇ ਬਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਧ ਨਾਚੇ, ਦੂਜੇ ਭਾਏ ਦੁੱਖ ਪਾਵਣੇ ਆ। ਇਹ 4 ਪਦਿਆਂ ਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੁਕਦੇ ਆ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।